ਅੱਜ ਕੱਲ੍ਹ ਆਪਾਂ ਨਾ ਦੇਖਦੇ ਹਾਂ ਕਿ ਬੜੇ ਇਦਾਂ ਦੇ ਕੇਸਿਸ ਆਉਂਦੇ ਕਿ ਪਹਿਲਾਂ ਕੁੜੀ ਮੁੰਡਾ ਆਪਣੀ ਸਹਿਮਤੀ ਦੇ ਨਾਲ ਉਹ ਲਿਵਿੰਗ 'ਚ ਰਹਿੰਦੇ ਆ, ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਆ, ਫਿਰ ਮੋਸਟ ਆਫ ਦਾ ਕੇਸਿਸ ਦੇ ਵਿੱਚ ਇੱਦਾਂ ਹੀ ਹੁੰਦਾ ਕਿ ਇੱਕ ਕੁੜੀ ਦੀਆਂ ਵੀਡੀਓਜ਼ ਆਉਣਗੀਆਂ ਹੈ ਨਾ, ਉਹ ਕਹਿ ਦਿੰਦੇ ਕਿ ਮੁੰਡੇ ਨੇ ਮੈਨੂੰ ਚੀਟ ਕੀਤਾ, ਮੇਰੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਏ, ਮੈਨੂੰ ਮੈਰਿਜ ਦਾ ਕਿਹਾ ਸੀ, ਹੁਣ ਮੇਰੇ ਨਾਲ ਮੈਰਿਜ ਨਹੀਂ ਕਰਵਾਈ, ਮਤਲਬ ਰੇਪ ਦਾ ਇੱਕ ਐਲੀਗੇਸ਼ਨ ਲਗਾ ਦਿੱਤਾ ਜਾਂਦਾ ਹੈ। ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਸਹੀ ਹੈ? ਮੁੰਡਾ ਹੁਣ ਕਿਵੇਂ ਆਪਣੇ ਆਪ ਨੂੰ ਸਾਬਿਤ ਕਰੇਗਾ? ਇਹ ਤਾਂ ਹੈ ਨਹੀਂ ਹੈ ਕਿ ਕਿਸੇ ਦੇ ਨਾਲ ਜ਼ੋਰ ਜ਼ਬਰਦਸਤੀ ਕਰਕੇ ਤੁਸੀਂ ਕਿਸੇ ਦੇ ਨਾਲ ਰਿਲੇਸ਼ਨ ਬਣਾ ਦਿੱਤਾ। ਆਪਸੀ ਸਹਿਮਤੀ ਦੇ ਨਾਲ ਕੁਝ ਵੀ ਚੀਜ਼ਾਂ ਹੁੰਦੀਆਂ ਨੇ ਜਦੋਂ ਕੋਈ ਵੀ ਕਪਲ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਹੁੰਦਾ ਹੈ। मैम ये क्वेश्चन बहुत वैलिड है बिकॉज आज की डेट दे विच जब लिव इन रिलेशनशिप्स या रिलेशनशिप्स इन जनरल बहुत ज़्यादा कॉमन हो गए ने, उस टाइम ते ये बहुत कॉमन हो गया कुड़ी वास्ते उठ के कह देना भी जब मुंडे ने उस अकॉर्डिंगली काम नहीं किया। जब असीं ये गल कर रहे भी कुड़ी वास्ते सौखा हो गया, पर यह भी सानू नहीं भुलना चाहिए भी एक्चुअली कुड़ियां नाल हजे भी ये चीज़ां हो रही ने। सो ये एक सिक्के दे दो पहलू ने, जिथे मिसयूज कर रही है कुड़ी अपने फेवर दा लॉ, उत्थे जे कंसेंट प्रूव कर दे मुंडा भी यस साडे विच कोई रिलेशनशिप सीगा, ਇਹਦੀ ਕੰਸੈਂਟ ਮੇਰੇ ਕੋਲ ਸੀਗੀ, ਮੇਰੇ ਇਹ ਗਰਲਫ੍ਰੈਂਡ ਸੀਗੀ, ਇਹਦੀ ਇਸ ਐਕਸਟੈਂਟ ਤੱਕ ਮੈਨੂੰ ਕੰਸੈਂਟ ਸੀਗੀ, ਉੱਥੇ ਕੋਰਟ ਇਹ ਦੇਖਦੀ ਵੀ ਇਟ ਇਜ਼ ਅ ਕੰਸੈਂਸ਼ੂਅਲ ਰਿਲੇਸ਼ਨਸ਼ਿਪ। ਅੱਜ ਕੱਲ੍ਹ ਕੋਰਟ ਬਹੁਤ ਜ਼ਿਆਦਾ ਲਿਬਰਲ ਹੋ ਗਈਆਂ ਨੇ ਇਹਨਾਂ ਚੀਜ਼ਾਂ ਨੂੰ ਕੰਸੀਡਰ ਕਰਨ ਵੇਲੇ। ਪਹਿਲਾਂ ਵਾਂਗੂ ਸਟ੍ਰਿਕਟਲੀ ਨਹੀਂ ਕਿ ਠੀਕ ਹੈ ਜੀ ਕੁੜੀ ਨੇ ਕਹਿਤਾ ਤੇ ਮੰਨ ਲਿਆ, ਪ੍ਰੋਪਰ ਕੋਰਟ ਇਨਵੈਸਟੀਗੇਟ ਕਰਦੀ ਹੈ, ਪ੍ਰੋਪਰ ਐਵੀਡੈਂਸ ਲੈਂਦੀ ਹੈ ਕੁੜੀ ਤੋਂ। ਮੈਮ ਇਹਦੇ ਵਿੱਚ ਮੇਰਾ ਇੱਦਾਂ ਪੁਆਇੰਟ ਹੈ, ਜੇ ਕੁੜੀ ਇਹਨੂੰ ਕਹਿੰਦੀ ਹੈ ਵੀ ਮੁੰਡੇ ਨੇ ਮੇਰੇ ਨਾਲ ਰੇਪ ਕੀਤਾ ਤਾਂ ਇਹਦੇ ਵਿੱਚ ਕੁੜੀ ਨੂੰ ਪ੍ਰੂਵ ਕਰਨਾ ਪਏਗਾ ਵੀ ਸਟਾਰਟਿੰਗ ਤੋਂ ਹੀ। ਨਹੀਂ ਵੈਰੀ ਰਾਈਟ, ਬਿਲਕੁਲ ਆਈ ਐਕਸਟੈਂਡ ਜੋ ਕਹਿ ਰਹੇ ਹੈ ਕਿ ਪ੍ਰੋਮਿਸ ਟੂ ਮੈਰੀ ਦਾ ਜਿਹੜਾ ਟੌਪਿਕ ਹੈਗਾ ਦੈਟ ਇਜ਼ ਵੈਰੀ ਇੰਪੋਰਟੈਂਟ। ਯੂ ਆਰ ਰਾਈਟ ਇਨ ਸੇਇੰਗ ਸੋ ਕਿ ਜੋ ਵੀ ਫੈਕਚੁਅਲ ਆਸਪੈਕਟ FIR 'ਚ ਲਿਖੀ ਹੋਈ ਹੈ ਉਹ ਗੋਸਪਲ ਟਰੁਥ ਨਹੀਂ ਅੱਜ ਕੱਲ੍ਹ ਮੰਨੀ ਜਾ ਸਕਦੀ ਅੰਟਿਲ ਅਨਲੈਸ ਕੰਸੈਂਸ਼ੁਅਲ ਰਿਲੇਸ਼ਨਸ਼ਿਪ ਪ੍ਰੂਵ ਹੋਏ, ਅੰਟਿਲ ਅਨਲੈਸ ਕਿਆ ਫਾਲਸ ਪ੍ਰੋਮਿਸ ਕੀਤਾ ਗਿਆ, ਕਿਆ ਅੰਡਰ ਪ੍ਰੋਟੈਕਟ ਸੀਗਾ। ਬਿਕੋਜ਼ ਟੂ ਦਾ ਕੰਟਰੀ ਜੋ ਜਜਮੈਂਟਸ ਆ ਰਹੀਆਂ ਹੈ ਕਾਫੀ ਫੈਕਚੁਅਲ ਆਸਪੈਕਟ 'ਚ ਆਪਣੀ सोसाइटी रहने लोज डीलिंग करते हैं, वो भी चीज़ आती है देखने वास्ते साढ़े सोसाइटी के दैट समटाइम्स फीमेल मैंबरस ऑफ द सोसाइटी आर ऑल्सो ब्लैकमेलिंग। एक उन्होंने हाँ कितना कितने मिसयूज ऑफ द लॉ भी हो रहा है विच शुड नॉट बी देयर। तो ये भी है कि जे वो फिजिकल हो रहे ने ते जे वो रिलेशनशिप च आ रहे ने वो इस उसते आ रहे हैं कि वो कल जाके विआह कराएगा, लड़के ने ये प्रॉमिस किया होएगा वेरी स्टार्टिंग तो वो इस बेसिस से ही इन्वॉल्व हो रहे हैं आपस च। ਇਹ ਜ਼ਰੂਰੀ ਹੈ ਇਸ ਤੇ। ਬਟ ਆਈ ਥਿੰਕ ਦੀ ਏਜ ਇਜ਼ ਆਲਸੋ ਇੰਪੋਰਟੈਂਟ। ਐਲੀਗੇਸ਼ਨ ਲੱਗ ਗਿਆ, ਹੁਣ ਉਹਦੇ ਕੋਲ ਪ੍ਰੂਫ ਕਰਨ ਲਈ ਕੋਈ ਚੀਜ਼ ਹੀ ਨਹੀਂ ਹੈ। ਬਟ ਆਈ ਥਿੰਕ ਦੀ ਏਜ ਇਜ਼ ਵੈਰੀ ਇੰਪੋਰਟੈਂਟ। ਏਜ ਇੰਪੋਰਟੈਂਟ ਹੈ ਬਟ ਆਈ ਥਿੰਕ ਦੀ ਡਿਜੀਟਲ ਐਰਾ ਇਟ ਇਜ਼ ਵੈਰੀ ਈਜ਼ੀ, ਇਟ ਹੈਜ਼ ਬਿਕਮ ਈਜ਼ੀ ਫॉर ਪੀਪਲ ਟੂ ਪ੍ਰੂਵ ਕਿ ਸਾਡਾ ਰਿਲੇਸ਼ਨਸ਼ਿਪ ਸੀਗਾ। ਪੀਪਲ ਆਰ ਕਨੈਕਟਿੰਗ ਓਵਰ WhatsApp, emails, chats, calls. While call recordings are not totally legal, but in certain cases when they are used to justify कि this was the actual scenario, ਉੱਥੇ those are a valid thing। ਤੁਸੀਂ age is very important। Age is important। age of that when what is the age of both the parties who are consenting into the relationship, ਉਹ legally permissible under law ਹੈਗਾ ਜਾਂ ਨਹੀਂ ਹੈਗਾ। and moreover ਜਿਹੜਾ ਟੌਪਿਕ ਅਸੀਂ ਪਹਿਲੇ ਡਿਸਕਸ ਕੀਤਾ ਡਿਜੀਟਲ ਐਵੀਡੈਂਸ ਦਾ, ਉਹ ਜਿਸ ਤਰ੍ਹਾਂ ਇਹਨਾਂ ਨੇ ਇੱਕ ਪੂਰਾ ਚੀਜ਼ ਸਾਹਮਣੇ ਰੱਖੀ ਸੀਗੀ ਸਾਡੇ ਸਾਰਿਆਂ ਦੇ ਡਿਜੀਟਲ ਐਵੀਡੈਂਸ ਦੀ, ਉਹ ਡਿਜੀਟਲ ਐਵੀਡੈਂਸ ਕਿਤੇ ਨਾ ਕਿਤੇ ਅੱਜ ਕੱਲ੍ਹ ਬਹੁਤ ਇੰਪੋਰਟੈਂਟ ਬਣ ਗਿਆ। ਔਰ ਹਰ ਮੈਟਰੀਮੋਨੀਅਲ ਡਿਸਪਿਊਟ ਦੇ ਵਿੱਚ that becomes the form of power। very true। and sir the point ਦੇ ਵਿੱਚ ਹੀ ਮੈਂ ਐਡ ਕਰਾਂਗੀ when we come to age, supposing promise to marriage ਸੀਗਾ, ਕੁੜੀ ਦੀ ਏਜ ਲੀਗਲ ਮੈਰਿਜ ਏਜ ਹੈਗੀ 18, ਲੜਕੀ ਦੀ ਲੀਗਲ ਮੈਰਿਜ ਏਜ ਹੈਗੀ 21। so if they enter into a relationship after 18 or 19 years ਦੀ ਏਜ ਤੇ ਜਾ ਕੇ ਰਿਲੇਸ਼ਨਸ਼ਿਪ ਫਾਰਮ ਕਰ ਰਹੇ and the girl wants to marry at the age of 20, the boy cannot, he is legally not eligible for a marriage। so ਉਸ ਕੇਸ ਦੇ ਵਿੱਚ rape the allegations would not be justified until and unless लड़का कभी भी after attaining majority ਤਾਂ ਵੀ ਮੈਂ नहीं करना after attaining the age of marriage। दोनों मेजर हैं बट मैं कहना चाहता जनरल पब्लिक ਨੂੰ ਥੋੜਾ ਅਵੇਅਰ ਹੋ ਕੇ ਚੱਲਣਾ ਪੈਂਦਾ ਹੈ। ਜਿਵੇਂ ਤੁਸੀਂ ਸਪੋਜ਼ ਕਰੋ ਤੁਸੀਂ ਰੂਮ ਬੁੱਕ ਕਰਾ ਰਹੇ ਹੋ, ਹੋਟਲ ਰੂਮ ਬੁੱਕ ਕਰਾ ਰਹੇ ਹੋ ਫॉर ਬॉयਜ਼ ਪਰਪਸ ਮੈਂ ਬੋਲ ਰਿਹਾ ਕਿ ਰੂਮ ਕਿਸ ਦੇ ਨਾਮ ਤੇ ਬੁੱਕ ਹੋ ਰਿਹਾ ਹੈ, ਇਹ ਸਾਰਾ ਕੁਝ ਦੇਖਿਆ ਜਾਏਗਾ। ਤੇ ਆਪਣੇ ਲਾਜ਼ ਨਾ ਥੋੜਾ ਵੂਮਨਸ ਵੱਲ ਟਿਲਟ ਨੇ। ਮੈਂ ਚਾਹੁੰਦਾ ਜੈਂਡਰ ਨਿਊਟਰਲ ਲਾਜ਼ ਬਣੇ। ਮੈਂ ਵੀ ਨਾ ਮਤਲਬ ਮੇਰੇ ਦਿਮਾਗ ਦੇ ਵਿੱਚ ਵੀ ਇਹੀ ਚੱਲ ਰਿਹਾ ਸੀ ਕਿ ਕੁੜੀਆਂ ਦੀ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਲਈ ਕਾਨੂੰਨ ਹੈਗੇ ਨੇ, ਪਰ ਮੁੰਡਾ ਕੀ ਕਰੇ? ਮੈਂ ਮੁੰਡਾ ਇਹ ਕਰੇ ਵੀ ਜਿਹੜੇ ਲਾਜ਼
ਫੀਮੇਲਸ ਲਈ ਬਣੇ ਹੈ, ਹੀ ਸ਼ੁੱਡ ਬੀ ਥਰੋ ਵਿਦ them। ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਦੀ ਲਾਇਬਿਲਿਟੀ ਕਿੱਥੇ ਜਾ ਕੇ ਸ਼ੁਰੂ ਹੁੰਦੀ ਹੈ, ਸੋ ਦੈਟ ਉਹ ਆਪਣੇ ਐਕਸ਼ਨਸ ਨੂੰ ਉਸ ਅਕੋਰਡਿੰਗਲੀ ਮੋਨੀਟਰ ਕਰੇ। ਬਟ ਮੈਮ ਇੱਕ ਰਫ ਜੀ ਰਿਟਨ ਕੰਪਲੇਂਟ ਲੜਕੀ ਮੂਵ ਕਰ ਦਿੰਦੀ ਹੈ, ਐਕਸ਼ਨ ਹੋ ਜਾਂਦਾ। ਲੜਕੇ ਉੱਤੇ ਐਕਸ਼ਨ ਹੁੰਦਾ, FIR ਹੋ ਜਾਂਦੀ ਹੈ ਵਿਦਆਊਟ ਐਨੀ ਐਵੀਡੈਂਸ। ਸਰ ਦਿਸ ਇਜ਼ That is why I want gender neutral laws. we need gender neutral laws, but till the time those are not available, we need to make men also aware कि ठीक है जी, these are the women centric laws and how to prevent any harm to yourself from these women centric laws, how to conduct yourself। बट मैम सपोज करो किसी लड़की ने मेरे खिलाफ रिटन कंप्लेंट देती है, तो विदाउट एनी इंक्वायरी, विदाउट एनी इन्वेस्टिगेशन, विदाउट एनी एविडेंस मेरे FIR लॉज हो जाती है, मैनू अरेस्ट किया जाता है, मैं किवें प्रूव करूँगा अपनी इनोसेंट? सर कोई भी रेप दी कंप्लेंट स्ट्रेट अवे अरेस्ट वास्ते नहीं आते, बिफोर दैट मेडिकल ऑफ द गर्ल इज ऑलवेज कंडक्टेड। मैम मेडिकल आएगा 6 महीने बाद, मेडिकल आएगा 6 महीने बाद, बेसिक मेडिकल इज देयर, बेसिक एविडेंस हैज टू बी देयर। ਮੈਡੀਕਲ ਮਨਾ ਵੀ ਤਾਂ ਕਰ ਦਿੰਦੀ ਹੈ। No, sometimes she doesn't go for medical. Yes. That is, or she refuses to go. If she refuses to go, that can lead to your acquittal in the end। Ma'am, the टिल देन topic- मैं साल दी कस्टडी ਚ ਹੋ ਚੁੱਕਿਆ ਜਿਹੜਾ ਹੂੰਗਾ। ਟੌਪਿਕ ਤੇ ਅਸੀਂ ਜੋ ਸਾਰੇ ਜਨ ਰਿਜ਼ਲਟ ਤੇ ਪਹੁੰਚੇ ਹਾਂ, ਟੂ ਮਾਈ ਅੰਡਰਸਟੈਂਡਿੰਗ ਐਨੀ ਡਿਸਕਸ਼ਨ ਤੋਂ ਬਾਅਦ, ਐਂਡ ਦੀ ਪਰਪਸ ਆਫ ਦ ਡਿਸਕਸ਼ਨ ਇਜ਼ ਟੂ ਮੇਕ ਦੀ ਪਬਲਿਕ ਅਵੇਅਰ, ਬਟ ਓਨਲੀ ਵਿਦ ਰਿਗਾਰਡ ਟੂ ਦੈਟ ਕਿ ਕਿਆ ਜਿਹੜਾ ਲਾਅ ਬਣਿਆ ਉਹਦਾ ਯੂਜ਼ ਹੋ ਰਿਹਾ ਜਾਂ ਮਿਸਯੂਜ਼ ਹੋ ਰਿਹਾ। ਅਸੀਂ ਲੋਕ ਅਦਾਲਤਾਂ 'ਚ ਰੋਜ਼ ਕੰਮ ਕਰਦੇ ਹਾਂ, ਜੋ ਅਸੀਂ ਦੇਖਦੇ ਹਾਂ ਉਹਦਾ ਕਿਤੇ ਨਾ ਕਿਤੇ ਮਿਸਯੂਜ਼ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ, ਮਿਸਯੂਜ਼ ਬਹੁਤ ਜ਼ਿਆਦਾ ਹੈ, ਐਕਸਪਲੋਇਟੇਸ਼ਨ ਹੋ ਰਹੀ ਹੈ, ਮਿਸਯੂਜ਼ ਬਹੁਤ ਜ਼ਿਆਦਾ ਹੈ ਤੇ ਰਿਐਲਿਟੀ ਬਹੁਤ ਘੱਟ ਹੈ। With this regard, I think मेरा पर्सनल ओपिनियन है भी yes, यूज एंड अब्यूज दोनों ही हो रहे हैं, बट जेड़े एक्चुअल विक्टिम्स ऑफ एनी क्राइम हैगे ने, they are not able to reach or get the right assistance in the departments so that they can get their results। and sometimes investigation is also faulty। ਇसी ਮਿਸਯੂਜ਼ ਦੇ ਕਰਕੇ ਸੁਪਰੀਮ ਕੋਰਟ ਨੇ ਗਾਈਡਲਾਈਨਸ ਕੀਤੀਆਂ ਹੈ, ਹੁਣ ਜਿਹੜੇ ਡੋਰੀ ਐਕਟ ਦੇ ਜਾਂ 498 ਦੀ FIRs ਹੁੰਦੀ ਹੈ, ਇਮੀਡੀਏਟ ਅਰੈਸਟ ਨਹੀਂ ਹੋਏਗਾ। ਹੁਣ ਮੈਂ ਜਨਰਲ ਪਬਲਿਕ ਨੂੰ ਅਵੇਅਰ ਕਰਨਾ ਚਾਹੁੰਦਾ, ਹੁਣ ਉਹਨਾਂ ਨੂੰ ਕੰਸਲਟ ਕੀਤਾ ਜਾਏਗਾ, ਮੀਡੀਏਸ਼ਨ 'ਚ ਭੇਜਿਆ ਜਾਏਗਾ, ਦੋਨੋਂ ਪਾਰਟੀਆਂ ਨੂੰ ਪ੍ਰੋਪਰ ਮੀਡੀਏਟਰ ਬਿਠਾਇਆ ਜਾਏਗਾ, ਦੋਨਾਂ ਨੂੰ ਸਮਝਾਇਆ ਜਾਏਗਾ। ਉਹਨੂੰ ਲੜਕੇ ਨੂੰ ਪਹਿਲਾਂ ਕੀ ਆਉਂਦਾ ਸੀ, ਅਰੈਸਟ ਕਰ ਲੈਂਦੇ ਸੀਗੇ, ਹੁਣ ਅਰੈਸਟ ਨਹੀਂ ਕਰਨਗੇ ਕਿਉਂਕਿ ਮਿਸਯੂਜ਼ ਹੋ ਰਿਹਾ ਸੀਗਾ 498A, ਮਿਸਯੂਜ਼ ਹੋ ਰਿਹਾ ਸੀਗਾ। ਹੁਣ ਇਹਦੀ ਘੱਟੋ ਘੱਟ 2-3 ਮਹੀਨੇ ਪ੍ਰੋਸੀਡਿੰਗਸ ਚੱਲਦੀ ਹੈ, ਦੋਨਾਂ ਨੂੰ ਸਮਝਾਉਣ ਦੀ, ਰੀਕਨਸਾਈਲ ਕਰਨ ਦੀ ਦੋਨਾਂ ਨੂੰ ਕਿ ਘਰ ਵਸ ਜੇ। ਤਾਂ ਬਿਲਕੁਲ ਉਮੀਦ ਹੈ ਕਿ ਤੁਹਾਨੂੰ ਇਸ ਸਾਡੇ ਖਾਸ ਪ੍ਰੋਗਰਾਮ ਦੇ ਵਿੱਚ ਤਾਂ ਤੁਹਾਡੇ ਸਵਾਲ ਦਾ ਜਵਾਬ ਸਾਡੇ ਵਕੀਲਾਂ ਦੇ ਪੈਨਲ ਨੇ ਦਿੱਤਾ ਹੋਏਗਾ, ਔਰ ਤੁਹਾਨੂੰ ਸਾਡਾ ਇਹ ਸ਼ੋਅ ਕਿਵੇਂ ਦਾ ਲੱਗਣਾ ਇਹ ਵੀ ਸਾਨੂੰ ਜ਼ਰੂਰ ਦੱਸਣਾ। ਧੰਨਵਾਦ।